ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਯੋਗ ਭਜਾਵੇ ਰੋਗ ਪ੍ਰੋਗਰਾਮ ਦੇ ਅੰਤਰਗਤ ਅਸੀਂ ਤੁਹਾਡੇ ਰੂਬਰੂ ਹਾਂ। ਅੱਜ ਕੱਲ੍ਹ ਆਪਾਂ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਗਰਮੀ ਦਾ ਮੌਸਮ ਹੈ ਔਰ ਗਰਮੀ ਤੋਂ ਰਾਹਤ ਕਿਵੇਂ ਮਿਲੇ, ਇਹਦੇ ਵਾਸਤੇ ਬੜੇ ਹੀ ਉਪਯੋਗੀ ਹਨ ਦੋ ਪ੍ਰਾਣਾਯਾਮ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸੀਤਲੀ ਔਰ ਸ਼ੀਤਕਾਰੀ ਪ੍ਰਾਣਾਯਾਮ। ਸੀਤਲੀ ਔਰ ਸ਼ੀਤਕਾਰੀ ਪ੍ਰਾਣਾਯਾਮ। ਅਸੀਂ ਕਿਤੇ ਖੜ੍ਹੇ ਹਾਂ, ਸਾਨੂੰ ਲਾਗੇ ਛਾਗੇ ਪਾਣੀ ਨਹੀਂ ਮਿਲ ਰਿਹਾ, ਪਿਆਸ ਨਾਲ ਸਾਡਾ ਮੰਦਾ ਹਾਲ ਹੈਗਾ, ਔਰ ਉਸ ਵੇਲੇ ਇਹ ਸੀਤਲੀ ਔਰ ਸ਼ੀਤਕਾਰੀ ਪ੍ਰਾਣਾਯਾਮ ਜੇਕਰ ਅਸੀਂ ਕਰ ਲਵਾਂਗੇ ਤਾਂ ਸਾਨੂੰ ਕਾਫੀ ਰਾਹਤ ਉਸ ਤੋਂ ਮਿਲੂਗੀ। ਹੋਰ ਕਿਹੜੇ ਕਿਹੜੇ ਅਨੇਕ ਸਾਰੇ ਲਾਭ ਇਸ ਤੋਂ ਮਿਲਣਗੇ, ਉਹਨਾਂ ਦੀ ਚਰਚਾ ਵੀ ਆਪਾਂ ਬਾਅਦ 'ਚ ਕਰਾਂਗੇ। ਤੋਂ ਪਹਿਲਾਂ ਅਸੀਂ ਕਰਦੇ ਹਾਂ ਸੀਤਲੀ। ਸੀਤਲੀ ਤੋਂ ਭਾਵ ਸ਼ੀਤਲਤਾ ਦੇਣ ਵਾਲਾ, ਠੰਡਕ ਪਹੁੰਚਾਉਣ ਵਾਲਾ। ਤੋ ਜਿਸ ਕਿਰਿਆ ਨੂੰ ਕਰਨ ਦੇ ਨਾਲ, ਸਾਂਸ ਦੀ ਉਹ ਕਿਰਿਆ ਜਿਸ ਨੂੰ ਕਰਨ ਦੇ ਨਾਲ ਸਾਨੂੰ ਸਰੀਰ ਨੂੰ ਠੰਡਕ ਮਿਲੇ, ਗਰਮੀ ਤੋਂ ਰਾਹਤ ਮਿਲੇ, ਉਹਦੇ ਵਾਸਤੇ ਇਹ ਪ੍ਰਾਣਾਯਾਮ ਹੈ ਸ਼ੀਤਲੀ ਪ੍ਰਾਣਾਯਾਮ। ਤੋ ਸ਼ੀਤਲੀ ਦੇ ਵਿੱਚ ਅਸੀਂ ਕੀ ਕਰਨਾ ਹੈਗਾ, ਜਿੱਦਾਂ ਸਪੋਜ਼ ਅਸੀਂ ਕੋਈ ਜੂਸ ਪੀਣਾ ਹੋਵੇ ਤਾਂ ਉਹਦੇ ਪਾਈਪ ਦੇ ਨਾਲ ਅਸੀਂ ਜੂਸ ਨੂੰ ਅੰਦਰ ਲਿਜਾਂਦੇ ਹਾਂ, ਔਰ ਇਸੇ ਢੰਗ ਨਾਲ ਅਸੀਂ ਜੀਭ ਦਾ ਪਾਈਪ ਬਣਾ ਕੇ ਤੋ ਜੀਭ ਦੇ ਰਸਤੇ ਸਾਂਸ ਨੂੰ ਅੰਦਰ ਖਿੱਚਣਾ ਹੈਗਾ। ਤਾਂ ਜੀਭ ਦੀ ਠੰਡਕ ਜਿਹੜੀ ਆ ਉਹ ਸਾਡੇ ਅੰਦਰ ਜਾਂਦੀ ਹੈਗੀ। ਜੀਭ ਦੀ ਜਿਹੜਾ ਗਿੱਲਾਪਨ, ਆਰਦਰਤਾ ਜਿਹੜੀ ਹੈਗੀ, ਨਮੀ ਜਿਹੜੀ ਹੈ, ਉਹ ਸਾਡੇ ਅੰਦਰ ਜਾ ਕੇ ਸਾਨੂੰ ਗਰਮੀ ਤੋਂ, ਪਿਆਸ ਤੋਂ ਰਾਹਤ ਦਿਲਾਉਂਦੀ ਹੈਗੀ। ਸੋ ਇਸ ਕਰਕੇ ਅਸੀਂ ਕੀ ਕਰਨਾ ਹੈਗਾ, ਪਹਿਲਾਂ ਸਿੱਧੇ ਬੈਠ ਜਾਣਾ ਹੈਗਾ। ਕਿਸੇ ਵੀ ਮੁਦਰਾ 'ਚ ਬੈਠ ਸਕਦੇ ਹਾਂ, ਗਿਆਨ ਮੁਦਰਾ ਜਾਂ ਸੁਖ ਆਸਨ 'ਚ ਜਾਂ ਪਦਮ ਆਸਨ 'ਚ ਜਾਂ ਕਿਸੇ ਵੀ ਆਸਨ 'ਚ ਬੈਠ ਸਕਦੇ ਹੈਗੇ ਹਾਂ। ਔਰ ਜਿਹੜਾ ਬੈਠ ਨਹੀਂ ਸਕਦਾ, ਕੁਰਸੀ 'ਤੇ ਬੈਠ ਕੇ ਵੀ ਇਹ ਕਿਰਿਆ ਕਰ ਸਕਦਾ ਹੈਗਾ। ਔਰ ਹੁਣ ਅਸੀਂ ਜਿਹੜਾ ਹੈ ਠੋਡੀ, ਚਿਹਰਾ ਬਿਲਕੁਲ ਸਾਹਮਣੇ ਹੈਗਾ, ਔਰ ਹੁਣ ਅਸੀਂ ਜੀਭ ਥੋੜ੍ਹੀ ਜਿਹੀ ਬਾਹਰ ਕੱਢਣੀ ਹੈਗੀ ਔਰ ਕਿਨਾਰਿਆਂ ਤੋਂ ਉੱਪਰ ਵੱਲ ਨੂੰ ਗੋਲ ਕਰ ਲੈਣੀ ਹੈਗੀ। ਔਰ ਫਿਰ ਅਸੀਂ ਜੀਭ ਦੇ ਰਸਤੇ ਲੰਬਾ ਸਾਂਸ ਖਿੱਚਣਾ ਹੈਗਾ। ਜਿੰਨਾ ਸਾਂਸ ਭਰ ਸਕਦੇ ਸੀ ਭਰਨ ਤੋਂ ਬਾਅਦ ਫਿਰ ਠੋਡੀ ਨਾਲ ਗਲਾ ਦਬਾ ਦਿਓ, ਜਲੰਧਰ ਬੰਦ ਲਗਾ ਲਓ, ਔਰ ਹੋ ਸਕੇ ਤਾਂ ਨਿਚਲਾ ਬੰਦ ਵੀ ਲਗਾਓ, ਮੂਲ ਬੰਦ ਵੀ ਲਗਾ ਲਓ। ਜਿੰਨੀ ਦੇਰ ਸਾਂਸ ਰੋਕਿਆ ਹੋਇਆ ਵਾ ਉਨੀ ਦੇਰ ਅਸੀਂ ਠੋਡੀ ਨਾਲ ਗਲਾ ਦਬਾ ਕੇ ਰੱਖਣਾ ਹੈਗਾ। ਔਰ ਫਿਰ ਜਦੋਂ ਰੋਕਣਾ ਮੁਸ਼ਕਲ ਹੋ ਜਾਏ, ਗਲਾ ਢਿੱਲਾ ਕੀਤਾ, ਨੱਕ ਦਾ ਸੱਜਾ ਪਾਸਾ ਬੰਦ, ਔਰ ਖੱਬੀ ਨਾਸ ਦੇ ਨਾਲ ਅਸੀਂ ਸਾਂਸ ਨੂੰ ਬਾਹਰ ਹੌਲੀ ਹੌਲੀ ਬਾਹਰ ਕੱਢ ਦੇਣਾ ਹੈਗਾ। ਇਹ ਇੱਕ ਰਾਊਂਡ ਹੋਇਆ। ਇੱਦਾਂ ਦੇ ਅਸੀਂ 9 ਰਾਊਂਡ ਲਗਾ ਸਕਦੇ ਹਾਂ। ਮੈਂ ਇੱਕ ਵਾਰੀ ਫਿਰ ਇਸ ਨੂੰ ਰਿਪੀਟ ਕਰਦਾ ਹੈਗਾ। ਔਰ ਕੀ ਕਰਨਾ ਹੈਗਾ, ਸਿੱਧੇ ਬੈਠੇ ਵਾ, ਔਰ ਅਸੀਂ ਜੀਭ ਦੇ ਰਸਤੇ ਲੰਬਾ ਸਾਂਸ ਭਰਨਾ ਚਾਹੁੰਦੇ ਹਾਂ, ਅਤੇ ਇਸ ਵਾਸਤੇ ਪਹਿਲਾਂ ਕੀ ਕਰ ਲਓ, ਫੂਕ ਮਾਰ ਕੇ ਪੂਰਾ ਸਾਹ ਬਾਹਰ ਕੱਢ ਲਓ। ਹੁਣ ਜੀਭ ਥੋੜ੍ਹੀ ਜਿਹੀ ਬਾਹਰ ਕੱਢ ਕੇ ਕਿਨਾਰਿਆਂ ਤੋਂ ਮੋੜੋ, ਗੋਲ ਕਰੋ, ਔਰ ਫਿਰ ਲੰਬਾ ਸਾਂਸ ਜੀਭ ਦੇ ਰਸਤੇ ਭਰੋ। ਔਰ ਫਿਰ ਜੀਭ ਅੰਦਰ ਲੈ ਜਾਓ, ਮੂੰਹ ਬੰਦ ਕਰ ਲਓ, ਔਰ ਠੋਡੀ ਨਾਲ ਹਲਕਾ ਜਿਹਾ ਗਲਾ ਦਬਾਓ, ਜਲੰਧਰ ਬੰਦ। ਛਾਤੀ ਥੋੜੀ ਉਠਾ ਕੇ ਰੱਖੋ, ਔਰ ਚਾਹੋ ਤਾਂ ਨਿਚਲਾ ਬੰਦ ਵੀ ਲਗਾਓ, ਮੂਲ ਬੰਦ। ਜਿੰਨੀ ਦੇਰ ਸਾਂਸ ਰੋਕਿਆ ਉਨੀ ਦੇਰ ਬੰਦ। ਫਿਰ ਜਦੋਂ ਸਾਂਸ ਰੋਕਣਾ ਮੁਸ਼ਕਲ ਹੋ ਜਾਏ, ਬੰਦ ਖੋਲਾਂਗੇ, ਸਰੀਰ ਢਿੱਲਾ ਕਰਾਂਗੇ, ਨੱਕ ਦਾ ਸੱਜਾ ਪਾਸਾ ਬੰਦ ਕਰਦੇ ਹੋਏ ਖੱਬੀ ਨਾਸ ਨਾਲ ਅਸੀਂ ਸਾਂਸ ਨੂੰ ਹੌਲੀ ਹੌਲੀ ਛੱਡ ਦੇਵਾਂਗੇ। ਸੋ ਇਸ ਢੰਗ ਨਾਲ ਇਸ ਨੂੰ ਅਸੀਂ ਕਹਿੰਦੇ ਹਾਂ ਸੀਤਲੀ ਪ੍ਰਾਣਾਯਾਮ। ਤੋ ਇਸੇ ਦਾ ਭਾਈ ਦੂਸਰਾ ਜਿਹੜਾ ਪ੍ਰਾਣਾਯਾਮ ਹੈ ਉਸ ਨੂੰ ਅਸੀਂ ਕਹਿੰਦੇ ਹਾਂ, ਸੋ ਮਤਲਬ ਜਦੋਂ ਵੀ ਇੱਦਾਂ ਗਰਮੀ ਮਹਿਸੂਸ ਹੁੰਦੀ ਹੋਵੇ ਤਾਂ ਅਸੀਂ ਇਸ ਦੇ ਨਾਲ ਬੜੀ ਸਾਨੂੰ ਰਾਹਤ ਮਿਲਦੀ ਹੈਗੀ।
बड़ी ठंडक मिलती, बड़ा सुख मिलता हैगा और अंदरूनी तौर पर साडे शरीर नूं ठंडक मिलती हैगी। बाहरी तो पसीना असीं पूछ लवांगे लेकिन अंदरली जिहड़ी गरमाइश हैगी उस नूं घटाउण दे विच इहदा विशेष योगदान हैगा। हुण है शीतकारी प्राणायाम। शीतकारी जिवें मिर्च खा के कोई सी सी करदा आ तो इदां सी दी आवाज़ नाल सांस भरना। तो उहदे विच असीं की करना हुंदा आ कि जीभ नूं मोड़ के उपर लगा लेना और बुੱਲ थोड़े खोल देने, दंदां दे उत्ते दंद टिका लेने। ये साडी पोजीशन होगी और हुण असीं दंदां दी विरल विच दी दंदां दे विच दी सांस भरना हैगा। पहलां लंबा सांस भरन तो पहलां की करो, पहलां फूक लगा लो, दंद भीच के जीभ मोड़ के ऊपर लगा लो और बुੱਲ खोल दो थोड़े और हुण दंदां दे रस्ते सी दी आवाज़ नाल सांस खिंचना हैगा। और फिर रुकना हैगा। जलंधर बंद लगा सकते हैगे और फिर रिलैक्स करते हुए सज्जा पासा बंद, खब्बी नास नाल सांस छड़ना हैगा। इदां ही इसके भी 9 राउंड लगाए जा सकते हैं। तो ये नाल खास तौर पर जिन्हां दे दंदां दी भी प्रॉब्लम हैगी, जिन्हां नूं दंद जिहड़े दर्द करते रहंदे आ, मसूड़े भर जाते हैगे, उन्हां नूं भी इहदे नाल ताकत मिलती हैगी। और इनू आपां साइड बदल के एक साइड या दूसरी साइड नाल भी कर सकते हैगे आ। हुण मैं जिहड़ा रिपीट करना आ वो एक साइड दे दंद दबा के करूँगा। मान लो मैं सज्जी साइड दे दंदां 'च कोई प्रॉब्लम महसूस होंदी होवे, सज्जी साइड दे दंद दबा के और जीभ नूं थोड़ा उपर रख के तालू वल नूं और फिर असी सांस सी दी आवाज़ नाल भरना हैगा। पहला फूक, सज्जी साइड दे दंद दबाए, जीभ थोड़ी उपर और दंदां दे रस्ते सांस खिंचिया। और रोकिया एंड रिलैक्स। फिर खब्बी साइड तो सांस छड्डिया। इवें जे किसी के खब्बी साइड के दंदां 'च प्रॉब्लम आ, वो खब्बी साइड के दंद दबा के, जिद्दां सपोज मैं हुण खब्बी साइड ना करदा आ, पहला सांस बाहर, फिर खब्बी साइड के दंद दबाए और फिर जीभ थोड़ी जी मोड़ के ऊपर और फिर खब्बी साइड तो सांस दंदां दे रस्ते सांस। और फिर रोकिया और फिर खब्बी साइड तो सांस छड्डिया। सो इस ढंग नाल जे किसी पासे दंदां दी कोई प्रॉब्लम सूड़ियां दी नहीं है तो वैसे ही दंद जोड़ के तां सांस भर सकते हैगे आ या एक एक साइड नाल भी सांस भर सकते हैगे आ। सो ये दोहें ही जिहड़े प्राणायाम आ, इन्हां दे सांझे लाभ जिहड़े गिन लईए तां इन्हां ने सब तो जिहड़ा पहला सुख देना, जिवें इन्हां दा नाम शीतली और शीतकारी आ, ये साडे शरीर नूं शीतलता दिंदे है, ठंडक पहुँचाते हैं, सुख दिंदे है। दूसरा, जिहड़े लोग जिन्हां दा बीपी बढ़दा आ उन्हां वास्ते ये जिहड़ा प्राणायाम आ वो एक वरदान हैगी। साडे योग केंद्र दे उत्ते एक दिन असी ये प्रैक्टिकल कीता। साडे बीबियां वाली क्लास दे जिहड़े मैडम भारती खेड़ा उहदे इंचार्ज ने, तो उन्होंने पहला एक बीबी जिन्हां दा बीपी बढ़दा सीगा वो मापिया और उस तो बाद शीतली, शीतकारी, भ्रामरी ये क्रियावां करवाइयां और उस तो बाद जदों दोबारा बीपी चैक किया तो वो 20 पॉइंट घट सीगा। तो मतलब कहण दा कि बीपी डाउन करन दे विच जिन्हां दा बीपी बढ़दा है उहदे वास्ते ये शीतली और शीतकारी प्राणायाम और उस तो गां जिहड़ा अगला असी भ्रामरी करना है, ये तिन्ने ही प्राणायाम जिहड़े आ ये बीपी नूं कंट्रोल करन दे विच इन्हां दा विशेष योगदान हैगा। और इस तो अलावा जिहड़ी चीज़ सानूं ठंडक दिंदी आ वो कुदरती तौर पर सानूं सुख भी दिंदी हैगी। साडे मन नूं बड़ी शांति, चैन और सुकून मिलदा हैगा। जिहड़ी कोई घबराहट हैगी, बेचैनी हैगी,
ਟੈਨਸ਼ਨ ਹੈਗੀ, ਤਣਾਅ ਹੈਗਾ, ਉਹਨਾਂ ਤੋਂ ਸਾਨੂੰ ਇਹਦੇ ਨਾਲ ਛੁਟਕਾਰਾ ਮਿਲਦਾ ਹੈਗਾ। ਔਰ ਇਹਦੇ ਨਾਲ ਹੀ ਜਿਹੜੇ ਸਾਨੂੰ ਅਗਲੀਆਂ ਧਿਆਨ ਦੀਆਂ ਕਿਰਿਆਵਾਂ ਆ ਉਹਨਾਂ ਵਿੱਚ ਵੀ ਸਾਨੂੰ ਬੜੇ ਹੈਲਪਫੁਲ ਹੁੰਦੇ ਹੈਗੇ। ਸੋ ਕੁੱਲ ਮਿਲਾ ਕੇ ਇਹ ਸ਼ੀਤਲੀ ਔਰ ਸ਼ੀਤਕਾਰੀ ਪ੍ਰਾਣਾਯਾਮ ਸਾਨੂੰ ਠੰਡਕ ਦਿੰਦੇ ਆ, ਸੁੱਖ ਦਿੰਦੇ ਆ ਔਰ ਸਾਡੀ ਗਰਮੀ ਤਾਪ ਹਰਦੇ ਹੈਗੇ। ਔਰ ਹੁਣ ਅਸੀਂ ਆਖਰੀ ਪ੍ਰਾਣਾਯਾਮ ਜਿਹੜਾ ਹੈ ਅੱਜ ਦੇ ਪ੍ਰੋਗਰਾਮ ਦਾ ਭ੍ਰਾਮਰੀ ਪ੍ਰਾਣਾਯਾਮ ਕਰਾਂਗੇ। ਤੋ ਭ੍ਰਾਮਰੀ ਦਾ ਮਤਲਬ ਕੀ ਹੈਗਾ? ਭ੍ਰਾਮਰੀ ਦਾ ਮਤਲਬ ਭ੍ਰਮਰ ਤੋਂ ਬਣਿਆ ਭ੍ਰਾਮਰੀ। ਭ੍ਰਮਰ ਹਿੰਦੀ ਦਾ ਲਫ਼ਜ਼ ਆ ਜਿਹਨੂੰ ਭੌਰਾ ਕਹਿੰਦੇ ਆ। ਤੋ ਭੌਰਾ ਜਦੋਂ ਫੁੱਲਾਂ ਦੇ ਦੁਆਲੇ ਚੱਕਰ ਕੱਟਦਾ ਆ ਉਹ ਘੂੰ 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 ਦੀ ਆਵਾਜ਼ ਉਹ ਮੂੰਹ ਚੋਂ ਨਿਕਲਦੀ ਹੈਗੀ। ਤੋ ਇੱਦਾਂ ਅਸੀਂ ਵੀ ਜਦੋਂ ਸਾਂਸ ਛੱਡਦੇ ਹਾਂ ਔਰ ਗੁੰਜ਼ਾਰ ਦੇ ਨਾਲ ਸਾਂਸ ਛੱਡਦੇ ਹਾਂ ਤਾਂ ਇਸ ਲਈ ਇਹਨੂੰ ਅਸੀਂ ਭ੍ਰਾਮਰੀ ਪ੍ਰਾਣਾਯਾਮ ਕਹਿੰਦੇ ਹੈਗੇ ਹਾਂ। ਤੋ ਇਹਦੇ ਲਾਭ ਜਿਹੜੇ ਆ ਉਹਨਾਂ ਦੀ ਚਰਚਾ ਬਾਅਦ 'ਚ ਕਰਦੇ ਹਾਂ। ਪਹਿਲਾਂ ਇਸ ਨੂੰ ਕਰਨਾ ਕਿੱਦਾਂ ਹੈਗਾ, ਕਰਨ ਦੇ ਢੰਗ ਇਹਦੇ 3-4 ਹੋ ਸਕਦੇ ਹੈਗੇ ਆ। ਤੋ ਪਹਿਲਾ ਢੰਗ ਕਿੱਦਾਂ ਕਰਨਾ ਹੈਗਾ ਕਿ ਦੋਨਾਂ ਹੱਥਾਂ ਨਾਲ ਦੋਨਾਂ ਕੰਨਾਂ ਨੂੰ ਬੰਦ ਕਰ ਲਿੱਤਾ ਔਰ ਫਿਰ ਅਸੀਂ ਪਹਿਲਾਂ ਲੰਬਾ ਸਾਹ ਭਰਿਆ, ਫਿਰ ਦੋਨਾਂ ਕੰਨਾਂ ਨੂੰ ਦਬਾਇਆ, ਅੱਖਾਂ ਬੰਦ ਔਰ ਫਿਰ ਔਰ ਇਸ ਢੰਗ ਨਾਲ ਅਸੀਂ ਉਨੀ ਦੇਰ ਤੱਕ ਗੁੰਜ਼ਾਰ ਕੀਤੀ ਜਿੰਨੀ ਦੇਰ ਸਾਡੇ ਅੰਦਰ ਸਾਂਸ ਸੀਗਾ। ਔਰ ਜਦੋਂ ਪੂਰਾ ਸਾਂਸ ਬਾਹਰ ਨਿਕਲ ਗਿਆ, ਸਾਂਸ ਖਤਮ ਹੋ ਗਿਆ, ਗੁੰਜ਼ਾਰ ਖਤਮ ਹੋ ਗਈ। ਇੱਕ ਰਾਊਂਡ ਹੋਇਆ। ਅਜਿਹੇ ਅਸੀਂ 9 ਰਾਊਂਡ ਲਗਾ ਸਕਦੇ ਹੈਗੇ ਆ। ਤਾਂ ਹਾਲ ਦੀ ਘੜੀ ਮੈਂ ਇੱਕ ਭ੍ਰਾਮਰੀ ਨੂੰ ਕਰਨ ਦੀ ਢੰਗ ਦੱਸਿਆ। ਦੂਸਰਾ ਕਿਸ ਢੰਗ ਨਾਲ ਕਰ ਸਕਦੇ ਹਾਂ, 4-5 ਵੇਰੀਏਸ਼ਨਸ ਨਾਲ ਇਹਨੂੰ ਕੀਤਾ ਜਾ ਸਕਦਾ ਵਾ। ਤਾਂ ਦੂਸਰਾ ਵੇਰੀਏਸ਼ਨਸ ਕੀ ਹੋ ਸਕਦਾ ਹੈਗਾ ਭ੍ਰਾਮਰੀ ਕਰਨ ਦਾ? ਤਾਂ ਅੰਗੂਠਿਆਂ ਨਾਲ ਕੰਨਾਂ ਨੂੰ ਅੰਦਰ ਵੱਲ ਨੂੰ ਧੱਕ ਦਿੱਤਾ, ਕੰਨ ਦੀ ਕੋਲੀ ਨੂੰ ਅੰਦਰ ਵੱਲ, ਔਰ 4-4 ਉਂਗਲਾਂ ਸਿਰ 'ਤੇ। ਜਿਨ੍ਹਾਂ ਦਾ ਸਿਰ ਦਰਦ ਕਰਦਾ ਹੈਗਾ, ਮਾਈਗ੍ਰੇਨ ਰਹਿੰਦਾ ਹੈਗਾ, ਉਹਦੇ ਲਈ 8 ਉਂਗਲਾਂ ਦਾ ਦਬਾਅ ਸਿਰ ਦੇ ਉੱਤੇ ਆ ਗਿਆ। ਔਰ ਫਿਰ ਅਸੀਂ ਕੂਣੀਆਂ ਥੋੜ੍ਹੀਆਂ ਸਿੱਧੀਆਂ, ਛਾਤੀ ਉਠਾ ਕੇ ਰੱਖਣੀ ਹੈਗੀ ਔਰ ਫਿਰ ਸਾਂਸ ਭਰਨਾ ਹੈਗਾ। ਔਰ ਫਿਰ ਭ੍ਰਾਮਰੀ ਭ੍ਰਮਰ ਵਰਗੀ ਗੁੰਜ਼ਾਰ ਕਰਨੀ ਹੈਗੀ ਸਾਂਸ ਭਰਨ ਤੋਂ ਬਾਅਦ। ਇਸੇ ਨੂੰ ਰਿਪੀਟ। ਸੋ ਇਹ ਦੂਸਰਾ ਵੇਰੀਏਸ਼ਨ ਹੋ ਗਿਆ, ਦੂਸਰਾ ਵਿਕਲਪ ਹੋ ਗਿਆ ਭ੍ਰਾਮਰੀ ਨੂੰ ਕਰਨ ਦਾ। ਤੀਸਰਾ ਵਿਕਲਪ ਜਾਣੀ ਕਿ ਸੌਖਾ ਸਾਦਾ, ਇੱਕ ਉਂਗਲੀ ਮੱਥੇ 'ਤੇ ਰੱਖ ਲਈ ਔਰ 3 ਉਂਗਲਾਂ ਨਾਲ ਅੱਖਾਂ ਨੂੰ ਨਹੀਂ ਦਬਾਉਣਾ, ਅੱਖਾਂ ਸਿਰਫ ਢੱਕ ਹੋਣਗੀਆਂ। ਆ ਵਿਚਕਾਰਲੀ ਸੈਂਟਰ ਵਾਲੀ ਉਂਗਲੀ ਠੀਕ ਨੱਕ ਦੇ ਮੁੱਢ 'ਚ ਔਰ 3 ਉਂਗਲਾਂ ਇਕੱਠੀਆਂ। ਤੋ ਵਿਚਕਾਰਲੀ ਔਰ ਚੌਥੀ ਉਂਗਲੀ ਇਹਦਾ ਦਬਾਅ ਚੀਚੀ ਥੋੜ੍ਹੀ ਅਲੱਗ ਵੀ ਰਹਿ ਸਕਦੀ ਆ। ਔਰ ਉੱਪਰਲੀ ਉਂਗਲੀ ਜਿਹੜੀ ਹੈ ਮੱਥੇ 'ਤੇ ਅੰਗੂਠਿਆਂ ਨਾਲ ਕੰਨਾਂ ਨੂੰ ਦਬਾ ਲੈਣਾ, ਕੂਣੀਆਂ ਉਠਾ ਕੇ ਸਿੱਧੇ ਔਰ ਉੱਚੇ ਹੋ ਕੇ ਬੈਠਣਾ। ਫਿਰ ਲੰਬਾ ਸਾਹ ਭਰ ਕੇ ਗੁੰਜ਼ਾਰ ਕਰਨੀ। ਲੰਬਾ ਸਾਹ ਭਰਿਆ, ਰਿਪੀਟ। ਚੌਥਾ ਢੰਗ ਜਿਸ ਨੂੰ ਅਸੀਂ ਛਣਮੁਖੀ ਮੁਦਰਾ ਵੀ ਕਹਿ ਲੈਂਦੇ ਹਾਂ। ਤਾਂ ਵੱਖ-ਵੱਖ ਗਿਆਨ ਇੰਦਰੀਆਂ ਇਹਦੇ ਨਾਲ ਪ੍ਰਭਾਵਿਤ ਹੋਣਗੀਆਂ। ਤਾਂ ਗਿਆਨ ਇੰਦਰੀਆਂ ਸਾਡੀਆਂ ਕਿਹੜੀਆਂ ਆ? ਕੰਨ ਸਾਡੀ ਸੁਣਨ ਦੀ ਗਿਆਨ ਇੰਦਰੀ ਆ, ਅੱਖ ਦੇਖਣ ਦੀ ਗਿਆਨ ਇੰਦਰੀ ਆ, ਨੱਕ ਸੁੰਘਣ ਦੀ ਗਿਆਨ ਇੰਦਰੀ ਆ, ਜੀਭਾ ਬੋਲਣ ਦੀ ਗਿਆਨ ਇੰਦਰੀ ਆ, ਚਮੜੀ ਮਤਲਬ ਸਪਰਸ਼ ਦੀ ਛੂਹਣ ਦੀ ਗਿਆਨ ਇੰਦਰੀ ਆ। ਤਾਂ ਸਾਰੀਆਂ ਗਿਆਨ ਇੰਦਰੀਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਔਰ ਹੁਣ ਅਸੀਂ ਅੰਗੂਠਿਆਂ ਨਾਲ ਤਾਂ ਕੰਨ ਬੰਦ ਕਰ ਲਏ। ਪਹਿਲੀ ਉਂਗਲੀ ਜਿਹੜੀ ਆ ਉਹ ਮੱਥੇ ਦੇ ਜਾਂ ਭਰਵੱਟੇ ਦੇ ਸੈਂਟਰ ਜਿਹੇ 'ਚ ਇਹਦਾ ਦਬਾਅ ਦੇ ਦਿਓ। ਇੱਥੇ ਜਿਹੜੀ ਸੈਂਟਰ ਵਾਲੀ ਉਂਗਲੀ ਆ ਉਹਦੇ ਨਾਲ ਨੱਕ ਦੇ ਠੀਕ ਜੜ੍ਹ 'ਚ, ਅੱਖ ਦੇ ਮੁੱਢ 'ਚ
दबाव, और फिर अगली रिंग फिंगर जिहड़ी आ नक दे दोही पासी, और फिर चीची जिहड़ी आ बुल्लां दे दोही पासी। और इस ढंग नाल चारां ਉਂਗਲਾਂ ਦਾ 4 मूँह के 8 पॉइंटां ਦੇ ਉੱਤੇ 8 ਥਾਵਾਂ ਤੇ दबाव हो गया, और अंगूठियां ਦਾ ਕੰਨਾਂ ਤੇ दबाव हो गया, और कूणियां उठा के रखनियां हैगी। लंबा सांस भरना हैगा। रिपीट। और इदा बाद च हथेलियां रगड़ के चेहरा सहला सकते हैं। ये चौथा वेरीएशन सीगा। तो पंजवां वेरीएशन एक होर जिहड़ा जिन्हां नूं कन्नां दी कोई प्रॉब्लम हैगी, इहदे नाल साडीआं सारियां ज्ञान इंद्रियां, अखां दे दबाव, अख नूं विकसित होई, कन्नां ते दबाव, कन्न, नक दे मुढ़ च दबाव, नक विकसित होया, बुल्लां दे बाहर दबाव, तो सारियां ज्ञान इंद्रियां इहदे नाल जागृत हुंदियां हैगी। और हुण जिहड़ा है कन्नां दी जिन्हां नूं कोई प्रॉब्लम हैगी, साडे कोल एक अजिहा व्यक्ति जिन्हां नूं कन्न च मशीन लाई हो सी, उसने इसका अभ्यास किया तो उन्होंने वही मशीन उतर गई। आके उन्हें चेचा तौर पर दसिया, वो एजड व्यक्ति सीगा, तो मतलब इसका विशेष फायदा होंदा हैगा। तो देखो 4 ਉਂਗਲਾਂ बंद, 1 ਉਂਗਲੀ सीधी, और इस ਉਂਗਲੀ नूं ਕੰਨ ਦੇ ਵਿੱਚ लगा लिया, और ये असीं बार बार ਕੰਨ ਦੇ ਵਿੱਚ ਇਹਨੂੰ ਧੱਕਣਾ हैगा। हुण इस वेले जिथे ਉਂਗਲੀ लगी आ और परदा, ਕੰਨ ਦਾ परदा और ਉਂਗਲੀ ਦਾ सिरा, ये सपोज इन्ना गैप आ, जदों असीं इहनूं दबावांगे, इदां बार बार दबावांगे, ये ਉਂਗਲੀ की नोक जिहड़ी परदे के नेड़े जाऊगी, तो ਕੰਨ ਦੇ परदे के उत्ते इहदा प्रैशर बनूगा। इस करके ਇਹਦਾ ਸਾਨੂੰ विशेष लाभ ਜਿਹੜਾ ਵਾ ਕੰਨਾਂ ਨੂੰ ਇਹਦਾ ਹੋਊਗਾ। सो आ देखो 4 ਉਂਗਲਾਂ बंद, 1 ਉਂਗਲੀ सीधी, और उन्होंने ਕੰਨਾਂ ਦੇ ਵਿੱਚ लगा लिता, और कूणियां उठा के सीधे और उच्चे होकर बैठना हैगा। पहला लंबा साह भर लिता, और बीट, फिर ਕੰਨ ਵਿੱਚ ਉਂਗਲੀ ਮਧਾਣੀ ਵਾਂਗ भी रटक सकते हैं, ਕੰਨ 'ਚ ਉਂਗਲੀ क्लॉकवाइज और एंटी क्लॉकवाइज घुमा भी सकते हैं, और ਕੰਨ ਦੇ ਮੁੱਢ ਦੀ मालिश भी कर सकते हैं, और ਕੰਨ ਦੇ थल्ले ਉਂਗਲੀ का दबाव दे के जबाड़े ਨੂੰ हिलाउण की क्रिया कर सकते हैं। और जे कोई एक लत्त की नाड़ चढ़ती होए, तो जे सज्जी लत्त की नाड़ चढ़े तो खब्बे ਕੰਨ ਦੇ ठीक नीचे दबाव देंदे होए, और असी इस तरह जबाड़ा हिलाउण की क्रिया कर सकते हैं। सज्जी लत्त की नाड़ चढ़ी है, उतर जाऊगी। जे दूसरी लत्त की नाड़ चढ़ी होवे, उहदे उल्ट ਕੰਨ ਦੇ नीचे दबाव दे के जबाड़े ਨੂੰ हिलाउण की क्रिया करन नाल सानू नाड़ी तो भी राहत मिल जूगी। सो इस ढंग नाल भरामरी ਨੂੰ असी घट्टो घट्ट 5 ਢੰਗਾਂ ਨਾਲ ਕਰਨ ਦੀ जांच सीखी। और हुण भरामरी दे सारे ही लाभ, जे किसी का सिर दर्द करता तो इस तरह कर लो, ਕੰਨ की प्रॉब्लम है तो इस तरह कर लो, और जे सारे ज्ञान इंद्रियों को विकसित करना चाहता तो इदा कर लो, और जे सिंपल ढंग नाल करना चाहता तो इस तरह कर लो। तो मतलब किसी भी ढंग नाल करो, लेकिन घट्टो घट्ट 9 बार करो। और ये जोड़ा विशेष लाभ जोड़ा वा वो जिन्होंने ध्यान का अभ्यास अगे जाके करना होंदा आ, जिन्होंने नाद नूं सुनने की कोशिश करनी, अंदरूनी साउंड नूं सुनने की कोशिश जिन्होंने करनी आ, उहदे विच ये बड़ा हैल्पफुल हैगा। तो इसे ही ढंग नाल जिन्हां दा BP बढ़दा आ, उहदे वास्ते भी एक वरदान हैगा। और इस ढंग नाल कुल मिला के भरामरी दे नाल मानसिक तनाव तो मुक्ति मिलती हैगी, और दिमाग जिहड़ा वो इहदे नाल ब्रेन जिहड़ा है वो बड़ा शक्तिशाली बनता, ताकतवर बनता हैगा। बच्चों लिए ये वरदान हैगा। और नाल दी नाल जदों गुंजार करते हैगे आ तो साडी आवाज़ दे विच भी शुद्धता और सफाई आती हैगी। सो जिहड़े बच्चों नूं जिन्हां नूं गाण दा शौक हैगा, उन्हां वास्ते भी ये वरदान हैगा। सो इस ढंग नाल अनेक सारे लाभ और अनेक ढंगां नाल इहनूं करन दी आपां कोशिश कर सकते हैगे आ, और पूरा पूरा लाभ असीं इसदा उठा सकते हैगे आ। इहदे नाल ही अज दा साडा प्रोग्राम इत्थे ही समाप्त हुंदा है, और दर्शकों असीं खिमा दे जाचक हाँ। और इस तो बाद फिर असी अगली बार एक नवीं किश्त लैके तुहाडे रूबरू होवांगे। धन्नवाद जी।
ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।